ਕੈ ਸਿਮਰਨ ਤੀਰਥ ਇਸਨਾਨੀ। ਪ੍ਰਭੂ ਦਾ ਜੋ ਸਿਮਰਨ ਹੈ ਇਹ ਤੀਰਥਾਂ ਦਾ ਇਸ਼ਨਾਨ। ਸਾਧ ਸੰਗ ਜੀ 68 ਤੀਰਥ ਮੰਨੇ ਆ ਹਿੰਦੂਆਂ ਨੇ ਸਨਾਤਨ ਮਤ ਅੰਦਰ। ਜਿਹੜੇ 68 ਤੀਰਥ ਹਨ ਇਹਨਾਂ ਦਾ ਫਿਰ ਫਲ ਬੜਾ ਮੰਨਿਆ। ਜੋ 68 ਤੀਰਥਾਂ ਤੇ ਇਸ਼ਨਾਨ ਕਰੇ ਇਹ ਹਿੰਦੂ ਲੋਕ ਇਹਨਾਂ ਦੇ ਗ੍ਰੰਥ ਕਹਿੰਦੇ ਆ ਕਿ ਉਹਦਾ ਬੜਾ ਫਲ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ 68 ਤੀਰਥਾਂ ਦੇ ਇਸ਼ਨਾਨ ਜਿੰਨਾ ਫਲ ਕੱਲੇ ਪਰਮੇਸ਼ਰ ਦੇ ਸਿਮਰਨ ਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਸਿਮਰਨ ਦੇ ਵਿੱਚ ਨਾਮ ਦੇ ਵਿੱਚ ਇੰਨਾ ਫਲ ਹੈ ਜਿੰਨਾ 68 ਤੀਰਥਾਂ ਦੇ ਇਸ਼ਨਾਨ ਦਾ ਫਲ ਹੈ। ਤੋ ਮਹਾਰਾਜ ਇਸੇ ਤਰ੍ਹਾਂ ਅੱਗੇ ਪੜੋ ਜੀ। ਪ੍ਰਭ ਕੈ ਸਿਮਰਨ ਦਰਗਹ ਮਾਨੀ। ਤੇ ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਦੀ ਦਰਗਾਹ ਵਿੱਚ ਮੰਨੀ ਜਾਂਦੀ। ਅੱਗੇ ਇੱਥੇ ਤਾਂ ਸਾਧ ਸੰਗਤ ਜੀ ਕੋਈ ਕੰਮ ਅੜ ਜਾਂਦਾ ਹੈ, ਕੋਈ ਪੈਸੇ ਦੇ ਕੇ ਕਰਾ ਲੈਂਦਾ, ਕੋਈ ਸਿਫਾਰਿਸ਼ ਲਾ ਕੇ ਕਰਾ ਲੈਂਦਾ ਹੈ। ਜਿਹਦਾ ਕੰਮ ਰੋਕਦਾ ਕੋਈ ਸਿਫਾਰਿਸ਼ ਲਾ ਲੈਂਦਾ ਕਿਸੇ ਲੀਡਰ ਦੀ, ਕਿਸੇ ਵੱਡੇ ਧਨਾੜ ਦੀ। ਜਿਹਦੇ ਕੋਲ 4 ਪੈਸੇ ਉਹ ਮਾਇਆ ਦੇ ਕਰਕੇ ਤੇ ਆਪਦਾ ਚਾਹੇ ਝੂਠਾ ਹੀ ਹੋਵੇ। ਆਹ ਸੰਸਾਰ ਵਿੱਚ ਜਿੰਨੀਆਂ ਕੋਰਟ ਬਣੀਆਂ ਅਦਾਲਤਾਂ ਆਦਿਕ, ਇੱਥੇ ਮਾਇਆ ਦਿਓ, ਮਹਿੰਗਾ ਮਹਿੰਗਾ ਵਕੀਲ ਕਰੋ ਤੇ ਕਤਲ ਕੀਤੇ ਵੀ ਮਾਫ ਕਰਾ ਦਿੰਦੇ ਆ। ਇੱਥੇ ਤਾਂ ਸਾਧ ਸੰਗਤ ਜੀ ਪੈਸੇ ਦੇ ਕੇ ਛੁੱਟ ਜਾਈਦਾ ਪਰ ਅੱਗੇ ਨਹੀਂ ਛੁੱਟਿਆ ਜਾਂਦਾ। ਕਿਉਂਕਿ ਜਿਹੜੀ ਮਾਇਆ ਜਿਹੜੇ ਪੈਸਾ ਦਮੜੇ ਸੰਸਾਰ ਵਿੱਚ ਚੱਲਦੇ ਆ ਉੱਥੇ ਉਹ ਨੋਟ ਦੀ ਕੋਈ ਕੀਮਤ ਨਹੀਂ, ਔਰ ਨਾ ਹੀ ਉਹ ਸਾਧ ਸੰਗਤ ਦੀ ਪ੍ਰਾਣੀ ਦੇ ਨਾਲ ਜਾਂਦਾ। ਤੇ ਸਿਫਾਰਿਸ਼ਾਂ ਜਿੰਨੀਆਂ ਹਨ ਉਹ ਸਰੀਰਾਂ ਨੇ ਲਾਉਣੀਆਂ ਸਰੀਰਾਂ ਦੀਆਂ, ਤੇ ਸਰੀਰ ਅੱਗੇ ਜਾਂਦਾ ਨਹੀਂ, ਅੱਗੇ ਤਾਂ ਕੇਵਲ ਜੀਵੜਾ ਜਾਣਾ ਹੈ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੀਏ ਕਿ ਮਹਾਰਾਜ ਫਿਰ ਕੀ ਕੀਤਾ ਜਾਵੇ ਜਿਹਦੇ ਨਾਲ ਸਾਡਾ ਪਰਲੋਕ ਵੀ ਸਫਲਾ ਹੋਵੇ। ਇਹ ਲੋਕ ਹੋਵੇ ਪਰਲੋਕ ਵੀ ਸਫਲਾ ਹੋਵੇ। ਮਹਾਰਾਜ ਕਹਿੰਦੇ ਫਿਰ ਭਾਈ ਨਾਮ ਜਪੋ। ਮਹਾਰਾਜ ਨਾਮ ਜਪਣ ਨਾਲ ਕੀ ਹੋਵੇਗਾ? ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭੂ ਦੇ ਸਿਮਰਨ ਕਰਨੇ ਦੇ ਨਾਲ ਦਰਗਾਹ ਵਿੱਚ ਸਾਧ ਸੰਗਤ ਦੀ ਮੰਨੀ ਜਾਂਦੀ ਹੈ। ਕਹਿੰਦੇ ਆਓ ਬੈਠ ਆਦਰ ਸੁਭ ਦੇਵ ਰੇ ਰੇ ਦਰਗਹ ਕਹਿ ਨਾ ਕੋਊ। ਜਦੋਂ ਜੀਵ ਉਹ ਧਰਮ ਰਾਏ ਦੀ ਕਚਹਿਰੀ ਵਿੱਚ ਜਾਂਦਾ ਹੈ, ਜਿਹੜੇ ਪਾਪੀ ਪਾਮਰ ਪੁਰਸ਼ ਉਹਨਾਂ ਦਾ ਕੁੱਟਮਾਰ ਕੀਤੀ ਜਾਂਦੀ, ਨਿਰਾਦਰ ਹੁੰਦਾ, ਉਹਨਾਂ ਦੀ ਪੱਤ ਰੋਲੀ ਜਾਂਦੀ ਹੈ। ਜਿਹੜੇ ਨਾਮ ਜਪਣ ਵਾਲੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਉਹਨਾਂ ਨੂੰ ਰੇ ਰੇ ਦਰਗਹ ਕਹਿ ਨਾ ਕੋਊ। ਉਹਨਾਂ ਨੂੰ ਓਏ ਕਰਕੇ ਵੀ ਨਹੀਂ ਕੋਈ ਬੁਲਾਉਂਦਾ, ਜੀ ਆਖ ਕੇ ਬੁਲਾਇਆ ਜਾਂਦਾ। ਤੇ ਧਰਮ ਰਾਇਆ ਵੀ ਕਹਿੰਦਾ ਹੈ ਆਓ ਬੈਠ ਆਦਰ ਸੁਭ ਦੇਵ। ਸ਼੍ਰੇਸ਼ਟ ਆਦਰ ਦਿੰਦੇ ਆਪਦਾ ਸਿੰਘਾਸਨ ਛੱਡ ਕੇ ਧਰਮ ਰਾਏ ਵਰਗੇ ਖੜੇ ਹੋ ਜਾਂਦੇ। ਆਓ ਗੁਰੂ ਕੇ ਸਿੱਖ, ਪਰਮੇਸ਼ਰ ਦੇ ਲਾਲ, ਪਰਮੇਸ਼ਰ ਦੇ ਪਿਆਰੇ ਆਓ, ਕਿਉਂਕਿ ਅਸੀਂ ਉਸ ਪਰਮੇਸ਼ਰ ਦੇ ਦਾਸ ਹਾਂ ਜਿੰਦੇ ਤੁਸੀਂ ਸੇਵਕ ਹੋ। ਤੋ ਇਸੇ ਕਰਕੇ ਸਾਧ ਸੰਗਤ ਜੀ ਦਰਗਾਹ ਵਿੱਚ ਮੰਨੀ ਜਾਂਦੀ ਹੈ। ਜਿਵੇਂ ਧਰਮ ਰਾਇਆ ਕੌਣ ਹੈ? ਧਰਮ ਰਾਜਾ ਸਾਧ ਸੰਗਤ ਜੀ ਪਰਮੇਸ਼ਰ ਦੇ ਦਰ ਘਰ ਸਿੱਖਾਂ ਸੇਵਕਾਂ ਜਾਂ ਪ੍ਰਾਣੀਆਂ ਦਾ ਹਿਸਾਬ ਕਰਨ ਵਾਸਤੇ ਮਨੀਮ ਮੰਨ ਲਓ। ਔਰ ਜਿਹੜੇ ਸਾਧ ਸੰਗਤ ਜੀ ਆਪਾਂ ਸਾਰੇ ਜ਼ਿਮੀਂਦਾਰ ਹਾਂ, ਆੜ੍ਹਤਾਂ ਹਨ, ਆੜ੍ਹਤੀਆ ਜਿਹਦੇ ਨਾਲ ਸਿੱਧਾ ਹੈ ਜਾਂ ਜਿਹਦਾ ਲੇਖਾ ਆੜ੍ਹਤੀਆ ਵੇਖ ਲਵੇ, ਮਨੀਮ ਉਹਨੂੰ ਕੀ ਪੁੱਛੇਗਾ? ਕਿਉਂਕਿ ਮਨੀਮ ਤਾਂ ਆਪ ਆੜ੍ਹਤੀ ਦੇ ਹੇਠਾਂ ਰੱਖਿਆ ਹੋਇਆ। ਇਸੇ ਤਰ੍ਹਾਂ ਸਾਧ ਸੰਗਤ ਜੀਓ ਜਿੰਦਾ ਲੇਖਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਹੈ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਿਹਦਾ ਲੇਖਾ ਗੁਰੂ ਕਲਗੀਧਰ ਪਾਤਸ਼ਾਹ ਜੀਆਂ ਪੜ੍ਹ ਲਿਆ। ਤੇ ਧਰਮ ਰਾਏ ਤਾਂ ਕਲਗੀਧਰ ਮਹਾਰਾਜ ਦੇ ਦਰ ਦਾ ਨੌਕਰ ਹੈ, ਮਨੀਮ ਹੈ। ਉਹ ਸਿੱਖ ਦਾ ਕੀ ਲੇਖਾ ਵੇਖੇਗਾ? ਇਸੇ ਤਰ੍ਹਾਂ ਸਾਧ ਸੰਗਤ ਜੀ ਇਉਂ ਦਰਗੇ ਵਿੱਚ ਦਰਗਾਹ ਵਿੱਚ ਮੰਨੀ ਜਾਂਦੀ ਹੈ ਨਾਮ ਰਸੀਆਂ ਦੀ, ਨਾਮ ਜਪਣ ਵਾਲਿਆਂ ਦੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ। ਪ੍ਰਭੂ ਦੇ ਸਿਮਰਨ ਕਰਨ ਵਾਲਿਆਂ ਵਾਸਤੇ ਜੋ ਹੋ ਰਿਹਾ ਉਹ ਭਲਾ ਹੀ ਹੈ, ਚੰਗਾ ਹੀ ਹੈ। ਅਸੀਂ ਤਾਂ ਸਾਧ ਸੰਗਤ ਜੀ ਕੁਝ ਹੋ ਜਾਵੇ ਚੰਗਾ ਫਿਰ ਆਪਦੀ ਛਾਤੀ ਥਾਪੜਦੇ ਹਾਂ, ਜੇ ਕੁਝ ਮਾੜਾ ਹੋ ਜਾਵੇ ਸਾਧ ਸੰਗਤ ਜੀ ਉਂਗਲ ਸਿੱਧੀ ਰੱਬ ਵੱਲ ਜਾਂਦੀ ਹੈ। ਜਿਹੜਾ ਹੱਥ ਛਾਤੀ 'ਤੇ ਅਸੀਂ ਚੰਗੇ ਵੇਲੇ, ਉਹ ਮਾੜੇ ਵੇਲੇ ਉਹੀ ਹੱਥ ਫਿਰ ਰੱਬ ਨੂੰ ਜਾਂਦਾ ਵੀ ਉਹਨੇ ਕੀਤਾ।
ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਸਾਧ ਸੰਗਤ ਜੀ, ਉਹ ਜੋ ਹੋਈ ਜਾ ਰਿਹਾ ਹੈ ਉਹਨਾਂ ਵਾਸਤੇ ਉਹ ਭਲਾ ਹੈ, ਚੰਗਾ ਹੈ ਜੋ ਹੋ ਰਿਹਾ। ਭਾਈ ਭਿਖਾਰੀ ਜੀਆਂ ਨੂੰ ਕਿਹਾ ਸੀ ਨਾ ਸਿੱਖ ਨੇ ਕਿ ਜੇ ਤੈਨੂੰ ਪਤਾ ਸੀ ਵੀ ਤੇਰਾ ਪੁੱਤਰ ਮਰ ਜਾਣਾ, ਚੜ੍ਹਾਈ ਕਰ ਜਾਣਾ, ਤੇ ਤੂੰ ਇਹਦਾ ਵਿਆਹ ਹੀ ਨਾ ਕਰਦਾ। ਤੇ ਜੇ ਤੈਨੂੰ ਇਹ ਵੀ ਪਤਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਤੇਰੀ ਮੋੜਦੇ ਨਹੀਂ ਤੇ ਮਹਾਰਾਜ ਤੋਂ ਉਮਰ ਵਧਾ ਲੈਂਦਾ ਉਹਦੇ ਪੁੱਤਰ ਦੀ। ਤੇ ਭਾਈ ਭਿਖਾਰੀ ਜੀ ਕਹਿੰਦੇ ਨਹੀਂ ਗੁਰਮੁਖਾ, ਜੋ ਹੁੰਦਾ ਉਹ ਚੰਗਾ ਹੀ ਹੈ। ਉਸ ਪਰਮੇਸ਼ਰ ਦੇ ਭਾਣੇ ਵਿੱਚ ਜਿਹੜਾ ਆਨੰਦ ਹੈ ਉਹ ਕਿਤੇ ਵੀ ਆਨੰਦ ਨਹੀਂ। ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਪ੍ਰਭੂ ਜੀ ਦਾ ਸਿਮਰਨ ਕਰਨ ਵਾਲੇ ਹੈ, ਉਹਨਾਂ ਵਾਸਤੇ ਜੋ ਹੁੰਦਾ ਉਹ ਭਲਾ ਹੀ ਹੈ, ਚੰਗਾ ਹੀ ਹੋ ਰਿਹਾ ਹੈ। ਜੋ ਹੋ ਰਿਹਾ ਹੈ ਮੇਰਾ ਕੀਆ ਕਛੂ ਨ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਤੁਸੀਂ ਜੋ ਕਰਦੇ ਹੋ ਚੰਗਾ ਹੀ ਕਰਦੇ, ਉਸੇ ਵਿੱਚ ਹੀ ਸਾਡੀ ਕਲਿਆਣ ਹੈ, ਉਸੇ ਵਿੱਚ ਹੀ ਸਾਡਾ ਭਲਾ ਹੈ। ਇਹ ਗੱਲ ਕੌਣ ਕਹਿੰਦਾ? ਜਿਹੜਾ ਸਾਧ ਸੰਗਤ ਜੀ ਪਰਮੇਸ਼ਰ ਦਾ ਜਾਪ ਕਰਨ ਵਾਲਾ, ਪ੍ਰਭੂ ਨੂੰ ਯਾਦ ਕਰਨ ਵਾਲਾ ਹੈ। ਪ੍ਰਭ ਕੈ ਸਿਮਰਨ ਸੁਫਲ ਫਲਾ। ਤੇ ਪ੍ਰਭੂ ਦੇ ਸਿਮਰਨ ਦਾ ਫਲ ਫਿਰ ਇੱਕ ਹੋਰ ਹੈ। ਮਹਾਰਾਜ ਕਹਿੰਦੇ ਜਿਹੜੇ ਸੁਫਲ ਫਲ, ਜਿੰਨੇ ਫਲ ਹਨ ਨਾ ਉਹ ਸ਼੍ਰੇਸ਼ਟ ਫਲ ਜਿਹੜੇ ਉਹ ਫਲੀ ਪੂਤ ਹੁੰਦੇ ਆ। ਜਿੰਨੇ ਸ਼ੁਭ ਗੁਣ ਹਨ, ਸ਼ੁਭ ਗੁਣਾ ਰੂਪੀ ਫਲ ਹੈ, ਉਹ ਪਰਮੇਸ਼ਰ ਦੀ ਬੰਦਗੀ ਨਾਲ ਸਾਧ ਸੰਗਤ ਜੀ ਦੂਣ ਸਵਾਏ ਹੁੰਦੇ ਆ। ਜੇ ਕੋਈ ਆਖੇ ਮੈਂ ਬੜਾ ਦਾਨੀ ਹਾਂ, ਉਹ ਦਾਨੀ ਜੇ ਨਾਮ ਨਹੀਂ ਜਪਦਾ ਤੇ ਸਾਧ ਸੰਗਤ ਜੀ ਕੁਝ ਸਮੇਂ ਵਿੱਚ ਹੀ ਉਹ ਦਾਨ ਹੰਕਾਰ ਦਾ ਰੂਪ ਧਾਰ ਲੈਂਦਾ। ਪਰ ਜੇ ਉਹ ਨਾਮ ਜਪੇਗਾ ਨਾਲ ਦਾਨ ਕਰਦਾ ਹੈ, ਉਹਦੇ ਕੋਲ ਖਿਮਾ ਦਾ ਗੁਣ ਹੈ, ਸਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ। ਉਹ ਨਾਮ ਨਾਲ ਨਾਲ ਜਪੇ ਤੇ ਉਹਦੇ ਇਹੀ ਸ਼ੁਭ ਗੁਣ ਜਿਹੜੇ ਆ ਨਾ ਇਹਨੂੰ ਫਲ ਦਿੰਦੇ, ਫਿਰ ਦੁੱਗਣੇ ਚੌਣੇ ਹੋਈ ਜਾਂਦੇ। ਜਿਹੜਾ ਸਾਧ ਸੰਗਤ ਦੀ ਕ੍ਰੋਧ ਨਿਮਰਤਾ ਦਾ ਰੂਪ ਧਾਰ ਲੈਂਦਾ, ਹੰਕਾਰ ਨਹੀਂ ਰਹਿੰਦਾ, ਖਿਮਾ ਦਾ ਗੁਣ ਆ ਜਾਂਦਾ ਹੈ। ਇਹ ਜਿਹੜੇ ਸ਼੍ਰੇਸ਼ਟ ਫਲ ਹਨ, ਸ਼ੁਭ ਗੁਣ ਹਨ, ਇਹ ਸੁਫਲ ਹੋ ਜਾਂਦੇ ਜਾਂ ਫਲੀ ਪੂਤ ਹੁੰਦੇ ਆ। ਪ੍ਰਭੂ ਦਾ ਪਰਮੇਸ਼ਰ ਦਾ ਨਾਮ ਜਪੇ ਤੇ ਛੇ ਸਿਮਰ ਹੈ ਜਿਨ ਆਪ ਸਿਮਰਾਏ। ਪਰ ਪਰਮੇਸ਼ਰ ਦਾ ਸਿਮਰਨ ਕਰਦਾ ਕੌਣ ਹੈ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਨਾਮ ਵੀ ਉਹੀ ਜਾਪਦਾ ਹੈ ਜਿਨ ਆਪ ਸਿਮਰਾਏ। ਜਿਹਨੂੰ ਪਰਮੇਸ਼ਰ ਆਪ ਜੀ ਦੇ ਤੇ ਦਇਆ ਕਰਦਾ ਉਹੀ ਨਾਮ ਜਪਦਾ। ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੈ, ਹਰ ਗੁਣ ਸਾਧੀ ਆਖ ਵਖਾਣੈ। ਨਹੀਂ ਤਾਂ ਸਾਧ ਸੰਗਤ ਜੀ ਹਰੇਕ ਉਦਮਤਾ ਚੋਰ ਕਿੱਡਾ ਪਾਪੀ ਹੋਵੇ, ਉਹਨੂੰ ਪੁੱਛੋ ਵੀ ਤੈਨੂੰ ਨਾਮ ਜਪਣ ਨੂੰ ਜੀ ਕਰਦਾ, ਉਹ ਵੀ ਆਖੇਗਾ ਮੇਰਾ ਮਨ ਕਰਦਾ। ਪਰ ਉਹਨੂੰ ਸਾਧ ਸੰਗਤ ਜੀ ਪਰਮੇਸ਼ਰ ਦੀ ਜਿੰਨਾ ਸਮਾਂ ਨਜ਼ਰ ਨਹੀਂ, ਉਹਨਾਂ ਸਮਾਂ ਨਾਮ ਨਹੀਂ ਜਪਿਆ ਜਾਂਦਾ। ਨਾਮ ਜਪਦੇ ਹੈ, ਜਾਪਦੇ ਉਹ ਹੈ ਜਿਨ ਆਪ ਸਿਮਰਾਏ, ਜਿਨ੍ਹਾਂ ਨੂੰ ਮਹਾਰਾਜ ਨੇ ਆਪ ਭਗਤੀ ਉੱਪਰ ਲਾਇਆ ਹੈ। ਨਾਨਕ ਤਾ ਕੈ ਲਾਗਾ ਪਾਏ। ਜਿਹੜੇ ਨਾਮ ਰਸੀਏ ਹੈ ਨਾ ਪਰਮੇਸ਼ਰ ਦੇ ਦਇਆ ਦੇ ਪਾਤਰ ਹੋ ਕਰਕੇ ਨਾਮ ਜਪ ਰਹੇ ਹੈ, ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਪੰਜਵੇਂ ਨਾਨਕ ਸਾਹਿਬ ਕਹਿੰਦੇ ਹੈ ਤਾ ਕੈ ਲਾਗਾ ਪਾਏ। ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ, ਜਿਹੜੇ ਨਾਮ ਜਪਦੇ ਆ ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਪੜ੍ਹਦੇ ਪ੍ਰਭ ਕਾ ਸਿਮਰਨ ਸਭ ਤੇ ਊਚਾ। ਫਿਰ ਮਹਾਰਾਜ ਕਹਿੰਦੇ ਪ੍ਰਭੂ ਦਾ ਸਿਮਰਨ ਦੀ ਪਦਵੀ ਕਿੱਡੀ ਕੁ, ਸਭ ਤੇ ਉੱਚਾ। ਸੰਸਾਰ ਦੇ ਵਿੱਚ ਸਾਰਿਆਂ ਤੋਂ ਉੱਚਾ ਕੀ ਹੈ ਸਾਧ ਸੰਗਤ ਜੀ? ਉਹ ਪਰਮੇਸ਼ਰ ਦਾ ਨਾਮ ਹੈ। ਉਸ ਤੋਂ ਉੱਚਾ ਹੋਰ ਕੋਈ ਵਸਤੂ ਨਹੀਂ ਸਾਧ ਸੰਗਤ ਜੀ, ਕੋਈ ਸ਼ੈ ਨਹੀਂ। ਸਾਰਿਆਂ ਤੋਂ ਉੱਚਾ ਪਰਮੇਸ਼ਰ ਦਾ ਨਾਮ ਹੈ। ਤੋ ਕਿੰਨਾ ਕੁ ਉੱਚਾ? ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕਉ ਜਾਣੈ ਸੋਏ। ਪਰਮੇਸ਼ਰ ਜਿੱਡਾ ਵੱਡਾ ਕੋਈ ਹੋਵੇ ਤੇ ਉਹ ਹੀ ਜਾਣ ਸਕਦਾ ਵੀ ਪਰਮੇਸ਼ਰ ਕਿੱਡਾ, ਪਰਮੇਸ਼ਰ ਦਾ ਨਾਮ ਕਿੱਡਾ ਵੱਡਾ। ਸਾਰੇ ਸੰਸਾਰ ਤੋਂ ਉੱਚਾ ਜੇ ਕੋਈ ਹੈ ਉਹ ਪ੍ਰਭੂ ਪਰਮੇਸ਼ਰ ਦਾ ਨਾਮ ਹੈ। ਪ੍ਰਭ ਕੈ ਸਿਮਰਨ ਉਧਰੇ ਮੂਚਾ। ਤੇ ਪ੍ਰਭੂ ਦਾ ਨਾਮ ਸਿਮਰਨ ਜਪ ਜਪ ਕੇ ਉਧਰੇ ਮੂਚਾ ਕਹਿੰਦੇ ਬਹੁਤਿਆਂ ਨੂੰ, ਕਿੰਨਿਆਂ ਦਾ ਉਧਾਰ ਹੋਇਆ। ਤਾਰੇ ਗਿਣੇ ਜਾਤ ਹੈ, ਤੇਰੇ ਤਾਰੇ ਨਾ ਗਨਾਤ ਹੈ। ਅਸਮਾਨ ਦੇ ਤਾਰੇ ਤਾਂ ਸਾਧ ਸੰਗਤ ਜੀ ਹੋ ਸਕਦਾ ਇੱਕ ਸਮੇਂ ਕੋਈ ਗਿਣ ਲਵੇ,
ਪਰ ਪਰਮੇਸ਼ਰ ਦੇ ਨਾਮ ਨੇ ਕਿੰਨਿਆਂ ਨੂੰ ਤਾਰ ਦਿੱਤਾ, ਇਹਨਾਂ ਦੀ ਕੋਈ ਗਿਣਤੀ ਨਹੀਂ ਹੈ। ਤਾਰੇ ਗਿਣੇ ਜਾ ਸਕਦੇ ਐ, ਪਰ ਪਰਮੇਸ਼ਰ ਦੇ ਨਾਮ ਕਰਕੇ ਕਿੰਨੇ ਤਰ ਗਏ ਆ ਉਹ ਗਿਣਨੇ ਔਖੇ ਆ, ਬੇਅੰਤ ਹਨ। ਤੋ ਸੱਚੇ ਪਾਤਸ਼ਾਹ ਜੀ ਕਹਿੰਦੇ ਮੂਚਾ ਬਹੁਤਿਆਂ ਨੂੰ ਕਹਿੰਦੇ ਆ। ਪ੍ਰਭੂ ਦੇ ਸਿਮਰਨ ਕਰ ਕਰਕੇ ਬੜਿਆਂ ਦੀ ਕਲਿਆਣ ਹੋਈ, ਬੜੇ ਉਧਰ ਗਏ ਹਨ, ਬੜਿਆਂ ਦਾ ਉਧਾਰਾ ਹੋਇਆ। ਸਾਧ ਸੰਗਤ ਜੀ, ਇੱਕ ਗਣਕਾ ਹੋਈ ਆ ਪਾਪਣ, ਤੇ ਇਹ ਵੇਸਵਾ ਸੀ, ਆਪਣੇ ਕੋਠਾ ਪਾ ਕਰਕੇ ਰਹਿੰਦੀ ਵਿਸ਼ੇ ਭੋਗਿਆ ਕਰੇ। ਪਾਪਣ ਇੰਨੀ ਕਿ ਸਾਰੀ ਉਮਰ ਵਿਸ਼ਿਆਂ ਵਿੱਚ ਬਤੀਤ ਕੀਤੀ। ਇੱਕ ਦਿਨ ਕਹਿੰਦੇ ਬਹੁਤ ਬਾਰਿਸ਼ ਪੈ ਰਹੀ ਤੇ ਇਸੇ ਨਗਰ ਵਿੱਚ ਬਾਹਰ ਕੋਈ ਸਾਧੂ ਰਹਿੰਦਾ ਸੀ, ਉਹਦੀ ਕੁਟੀਆ ਢਹਿ ਗਈ, ਠੰਡ ਦਾ ਸਮਾਂ ਸੀ, ਉਹ ਤੁਰਿਆ ਤੇ ਇਸ ਗਣਕਾ ਦਾ ਦਰਵਾਜ਼ਾ ਖੜਕਾਇਆ। ਹੁਣ ਉਹ ਵਿਸ਼ੇ ਭੋਗਣ ਵਾਲੀ ਇਸਤਰੀ ਜਾਣਦੀ ਵੀ ਸ਼ਾਇਦ ਕੋਈ ਵਿਸ਼ੇ ਭੋਗਣ ਵਾਸਤੇ ਅੱਧੀ ਰਾਤ ਆਇਆ। ਜਦੋਂ ਦਰਵਾਜ਼ਾ ਖੋਲ੍ਹਿਆ, ਆਖਿਆ ਕੌਣ ਹੋ? ਤੇ ਉਹ ਸਾਧੂ ਕਹਿੰਦਾ ਪੁੱਤਰੀ ਮੈਂ ਹਾਂ, ਸਾਧੂ ਹਾਂ, ਮੇਰੀ ਕੁਟੀਆ ਡਿੱਗ ਪਈ ਮੀਂਹ ਦੇ ਨਾਲ ਤੇ ਮੈਨੂੰ ਅੱਜ ਰਾਤ ਬਤੀਤ ਕਰਵਾਓ। ਜਦੋਂ ਇਹ ਸਾਧੂ ਨੇ ਧੀ ਆਖਿਆ, ਸਾਧ ਸੰਗਤ ਜੀ, ਜਿਸ ਬੱਚੀ ਨੂੰ ਸਾਰੇ ਹੀ ਮਾੜੀ ਨਿਗਾਹ ਨਾਲ ਵੇਖਦੇ ਸੀ, ਇੱਕ ਸਾਧੂ ਦੇ ਮੂੰਹੋਂ ਧੀ ਦਾ ਸ਼ਬਦ ਸੁਣ ਕੇ ਬੜਾ ਮਨ ਖੁਸ਼ ਹੋਇਆ, ਔਰ ਬਿਠਾਇਆ ਤੇ ਉਹਨੂੰ ਸਾਧੂ ਜਾਣ ਕੇ, ਆਪਦਾ ਪਿਤਾ ਜਾਣ ਕਰਕੇ ਉਹਦੀ ਸੇਵਾ ਕਰਨ ਲੱਗੀ। ਉਹਦੇ ਚਰਨ ਧਵਾਏ ਹੈ, ਸੁੱਕੇ ਬਸਤਰ ਦਿੱਤੇ ਹੈ ਤੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਉਹਨੂੰ ਪ੍ਰਸ਼ਾਦਾ ਛਕਾਇਆ। ਜਦੋਂ ਸਾਧ ਸੰਗ ਜੀ ਰਾਤ ਬਿਰਾਜਿਆ, ਸਾਧੂ ਸਾਰੀ ਰਾਤ ਹੀ ਉਹ ਪਰਮੇਸ਼ਰ ਦੀਆਂ ਬਾਤਾਂ ਸੁਣਾਈਆਂ। ਸਾਧੂ ਨੇ ਗਣਕਾ ਨੂੰ ਬਹੁਤ ਆਨੰਦ ਆਇਆ, ਸੁੱਖ ਪ੍ਰਾਪਤ ਹੋਇਆ, ਜਿਹੜਾ ਸੁੱਖ ਕਦੇ ਵਿਸ਼ਿਆਂ 'ਚੋਂ ਵੀ ਨਹੀਂ ਮਿਲਿਆ। ਵਿਸ਼ਿਆਂ ਦਾ ਸੁੱਖ ਤਾਂ ਸਾਧ ਸੰਗ ਦੀ ਛਿਣ ਭੰਗਰੀ ਹੈ, ਸਪਰਸ਼ਤਾ ਦਾ ਉਹਨਾਂ ਸਮਾਂ ਹੀ ਆਨੰਦ ਹੈ ਜਿੰਨਾ ਸਮਾਂ ਸਪਰਸ਼ਤਾ ਹੈ। ਪਰ ਇਹ ਆਨੰਦ ਸਾਧੂ ਦੀਆਂ ਬਚਨ ਜਿਵੇਂ ਜਿਵੇਂ ਕਰੇ ਤੇ ਗਣਕਾ ਦੀ ਉਵੇਂ ਮੈਲ ਘਟਦੀ ਜਾਵੇ। ਤੜਕੇ ਸਾਧੂ ਜਾਣ ਵਾਸਤੇ ਤਿਆਰ ਹੋਏ ਤੇ ਗਣਕਾ ਪੈਰ ਪਕੜ ਕੇ ਕਹਿੰਦੀ, ਇਹ ਪਿਤਾ ਸਦਰਸ ਸਾਧੂ ਜੀ, ਹੁਣ ਮਹਾਰਾਜ ਮੇਰਾ ਕਿਵੇਂ ਉਧਾਰਾ ਹੋਵੇਗਾ? ਮੈਂ ਵੀ ਤਰ ਸਕਦੀ ਹਾਂ। ਰਾਤ ਤੁਸੀਂ ਪਰਮੇਸ਼ਰ ਦੀਆਂ ਬਹੁਤ ਬਾਤਾਂ ਸੁਣਾਈਆਂ, ਸਾਖੀਆਂ ਸੁਣਾਈਆਂ, ਨਾਮ ਦੀ ਗੱਲ ਦੱਸੀ, ਮੈਨੂੰ ਬੜਾ ਆਨੰਦ ਆਇਆ ਤੇ ਮੈਂ ਚਾਹੁੰਦੀ ਹਾਂ ਵੀ ਮੈਂ ਵੀ ਪਰਮੇਸ਼ਰ ਦੀ ਬੰਦਗੀ ਵਾਲੇ ਪਾਸੇ ਲੱਗ ਜਾਵਾਂ। ਇਹ ਵਿਸ਼ਿਆਂ ਵਾਲੀ ਬੁੱਧੀ ਛੱਡ ਕੇ, ਵਿਸ਼ੇ ਪੈੜੇ ਕੰਮ ਛੱਡ ਕੇ। ਉਹ ਸਾਧੂ ਦੇ ਪਾਸ ਸਾਧ ਸੰਗ ਜੀ ਇੱਕ ਤੋਤਾ ਸੀ। ਸਾਧੂ ਨੇ ਉਹ ਤੋਤਾ ਗਣਕਾ ਨੂੰ ਫੜਾਇਆ, ਆਖਿਆ ਕਿ ਹੇ ਪੁੱਤਰੀ, ਇਹ ਪਹਿਰ ਰਾਤ ਰਹਿੰਦੇ ਹੀ ਉੱਠ ਜਾਂਦਾ ਤੇ ਤੈਨੂੰ ਆਪੇ ਉਠਾ ਦਿਆ ਕਰੇਗਾ ਅੰਮ੍ਰਿਤ ਵੇਲੇ। ਬਸ ਇਹ ਹੈ ਵੀ ਪ੍ਰਸ਼ਾਦਾ ਨਾ ਛਕਦਾ ਉਹਨਾਂ ਚਿਰ ਨਾ ਛਕਣ ਦਿੰਦਾ ਜਿੰਨਾ ਸਮਾਂ ਇਹਨੂੰ ਕੋਈ ਕੁਝ ਸਮਾਂ ਕੋਈ ਘੜੀ ਰਾਮ 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 ਵਾਹਿਗੁਰੂ 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 ਇਹਦੇ ਨਾਲ ਨਾ ਕੋਈ ਬੋਲੇ, ਉਹਨਾਂ ਸਮਾਂ ਕੁਝ ਨਹੀਂ ਖਾਂਦਾ, ਨਾ ਖਾਣ ਦਿੰਦਾ, ਰੌਲਾ ਪਾਉਂਦਾ। ਉਹ ਤੋਤਾ ਸਾਧੂ ਦੇ ਕਰਕੇ ਚਲੇ ਗਏ। ਰਾਤ ਹੋਈ, ਜਦ ਤੜਕਾ ਹੋਇਆ, ਉਹ ਰੋਜ਼ ਹੀ ਤੋਤਾ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਹੀ ਉੱਠ ਜਾਗ ਕੇ ਆਖਿਆ ਕਰੇ ਰਾਮ 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 ਰਾਮ। ਅੰਮ੍ਰਿਤ ਵੇਲੇ ਗਣਕਾ ਨੂੰ ਰੌਲਾ ਪਾ ਪਾ ਕੇ ਉਠਾਇਆ ਕਰੇ। ਫਿਰ ਗਣਕਾ ਇਸ਼ਨਾਨ ਪਾਣੀ ਕਰਕੇ ਤੋਤੇ ਦੇ ਅੱਗੇ ਬੈਠ ਜਾਂਦੀ ਸੀ, ਉਹ ਵੀ ਬੋਲਿਆ ਕਰੇ ਰਾਮ ਰਾਮ, ਨਾਲ ਗਣਕਾ ਬੋਲਿਆ ਕਰੇ। ਇਸ ਤਰ੍ਹਾਂ ਬੜਾ ਸਮਾਂ ਬਤੀਤ ਹੋ ਗਿਆ ਤੇ ਕੁਝ ਸਮੇਂ ਬਾਅਦ ਇੱਕ ਦਿਨ ਕਹਿੰਦੇ ਗਣਕਾ ਅੰਮ੍ਰਿਤ ਵੇਲੇ ਉੱਠੀ ਜਦੋਂ, ਤੇ ਕੀ ਵੇਂਦੀ ਹੈ ਵੀ ਤੋਤਾ ਜਾਗਿਆ ਨਹੀਂ। ਜਦੋਂ ਨਾ ਜਾਗਿਆ, ਉਹਨੂੰ ਲੜਿਆ ਤਾਂ ਸੱਪ ਸੀ, ਮਰ ਗਿਆ ਸੀ ਤੋਤਾ ਤਾਂ ਕਿਤੇ ਰਾਤ ਹੀ, ਤੇ ਸੱਪ ਅਜੇ ਪਿੰਜਰੇ ਵਿੱਚ ਹੀ ਬੈਠਾ ਹੋਇਆ। ਉਹਨੇ ਸੋਚਿਆ ਵੀ ਸ਼ਾਇਦ ਇਹ ਤੋਤਾ ਜਾਗਿਆ ਨਾ ਹੋਵੇ। ਪਿੰਜਰੇ ਵਿੱਚ ਹੱਥ ਪਾ ਕੇ ਗਣਕਾ ਕਹਿੰਦੀ, ਬੋਲ ਮਿੱਠੂ ਰਾਮ ਰਾਮ। ਇੰਨੀ ਦੇਰ ਕਹਿਣ ਦੀ ਸੀ, ਉਹੀ ਸੱਪ ਨੇ ਗਣਕਾ ਦੇ ਵੀ ਜਾ ਡੰਗ ਮਾਰਿਆ। ਰਾਮ 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 ਕਰਦੀ ਹੋਈ ਗਣਕਾ ਖਾਲਸਾ ਜੀ ਚੜ੍ਹਾਈ ਕਰ ਗਈ। ਕਹਿੰਦੇ ਫਿਰ ਉਹ ਪਾਪਣ ਗਣਕਾ ਨੂੰ ਸੱਚਖੰਡ ਵਿੱਚ ਬਾਣ ਲੈਣ ਵਾਸਤੇ ਆਇਆ, ਜਿਹਦੇ ਤੇ ਹੀਰੇ ਮੋਤੀ ਜੜੇ ਹੋਏ ਸਨ। ਇਸ ਗੱਲ ਦੀ ਗਵਾਹੀ ਮਹਾਰਾਜ ਦੀ ਬਾਣੀ ਭਰਦੀ ਹੈ। ਗਣਕਾ ਉਧਰੀ ਹਰ ਕਹਿ ਤੋਤ, ਤੋਤੇ ਦੇ ਨਾਲ ਹਰੀ ਹਰੀ ਵਾਹਿਗੁਰੂ 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 ਰਾਮ ਰਾਮ ਕਰਦੀ ਹੋਈ ਗਣਕਾ ਉਧਰ ਗਈ ਹੈ।
ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਬਹੁਤਿਆਂ ਦੀ ਕਲਿਆਣ ਹੋਈ ਹੈ, ਇੱਕ ਦੀ ਨਹੀਂ ਸਾਧ ਸੰਗਤ ਜੀ। ਅਜਾਮਲ ਪਾਪੀ ਜਗ ਜਾਣੈ, ਕਿੰਨਿਆਂ ਕੁ ਦਾ ਨਾਮ ਲਈਏ। ਕੌਡੇ ਰਾਖਸ਼ ਵਰਗੇ ਰਾਖਸ਼ ਹੀ ਨਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਨੇ ਕੋਈ ਸ਼ਕਤੀ ਥੋੜ੍ਹੀ ਵਿਖਾਈ। ਮਹਾਰਾਜ ਜੀ ਉੱਥੇ ਸ਼ਬਦ ਉਚਾਰਨ ਕੀਤਾ। ਸੱਜਣ ਠੱਗ ਵਰਗਿਆਂ ਦਾ ਮਾਣੀ ਬਦਲ ਗਿਆ ਮਹਾਰਾਜ ਦੀ ਬਾਣੀ ਸੁਣ ਕੇ। ਤੋ ਪਰਮੇਸ਼ਰ ਦਾ ਸਿਮਰਨ ਐਸਾ ਹੈ ਜਿਨਨੇ ਬੜਿਆਂ ਦੀ ਕਲਿਆਣ ਕੀਤੀ। ਇਹ ਜਪ ਕੇ ਸੁਣ ਕੇ ਬੜੇ ਉਧਰ ਗਏ ਹਨ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਔਰ ਪ੍ਰਭੂ ਦੇ ਸਿਮਰਨ ਦੇ ਨਾਲ ਤ੍ਰਿਸ਼ਨਾ ਬੁਝ ਜਾਂਦੀ, ਨਾਸ਼ ਹੋ ਜਾਂਦੀ। ਤ੍ਰਿਸ਼ਨਾ ਸਾਧ ਸੰਗਤ ਜੀ ਇਹੋ ਜੀ ਹੈ, ਕਹਿੰਦੇ ਆ ਈਂਧਨ ਕੀਤੋ ਮੂੰਹ ਕਾਣਾ ਭੋਰੀ ਦਿੱਤੀ ਮਪਾਹੇ। ਹਜ਼ਾਰਾਂ ਲੱਖਾਂ ਮਣ ਲੱਕੜ ਜੋੜ ਲਓ ਤੇ ਉਹਨੂੰ ਥੋੜ੍ਹੀ ਜਿਹੀ ਅੱਗ ਲਾ ਦਿਓ, ਸੜ ਕੇ ਸੁਆਹ ਹੋ ਜਾਂਦੇ ਹੋ। ਤੇ ਜੇ ਬਲਦੀ ਅੱਗ ਵਿੱਚ ਲੱਖਾਂ ਮਣ ਵੀ ਲੱਕੜ ਪਾਈ ਜੋ, ਅੱਗ ਕਦੇ ਨਹੀਂ ਕਹਿੰਦੀ ਵੀ ਹੁਣ ਬਸ ਕਰੋ ਮੈਂ ਰੱਜ ਗਈ ਹਾਂ। ਜੋ ਪਾਵਕ ਈਂਧਣ ਨਹੀਂ ਤਰਾਪਾ ਹੈ। ਸਾਧ ਸੰਗਤ ਜੀ, ਜਿਵੇਂ ਅੱਗ ਬਾਲਣ ਖਾ ਖਾ ਕੇ ਨਹੀਂ ਰੱਜਦੀ, ਉਵੇਂ ਤ੍ਰਿਸ਼ਨਾਲੂ ਪ੍ਰਾਣੀ ਪਦਾਰਥਾਂ ਨਾਲ ਨਹੀਂ ਰੱਜਦਾ। ਉਹਨੂੰ ਜਿੰਨਾ ਮਰਜ਼ੀ ਧਨ ਦੇ ਦੇਵੋ, ਜਿੰਨੀ ਮਰਜ਼ੀ ਜ਼ਮੀਨ ਹੋਵੇ, ਜਾਇਦਾਦ ਹੋਵੇ, ਜਿੰਨੀ ਮਰਜ਼ੀ ਵਡਿਆਈ, ਚਾਹੇ ਸਾਰੀ ਸ੍ਰਿਸ਼ਟੀ ਦਾ ਹੀ ਰਾਜਾ ਬਣ ਜਾਵੇ, ਤ੍ਰਿਸ਼ਨਾਲੂ ਆਦਮੀ, ਤ੍ਰਿਸ਼ਨਾ ਵਾਲਾ ਆਦਮੀ ਕਦੇ ਰੱਜੂ ਨਹੀਂ, ਕਦੇ ਨਹੀਂ ਤ੍ਰਿਸ਼ਨਾ ਬੁਝਦੀ ਪਦਾਰਥਾਂ ਨਾਲ। ਫਿਰ ਸੱਚੇ ਪਾਤਸ਼ਾਹ ਜੀ, ਕੀ ਤ੍ਰਿਸ਼ਨਾ ਵਾਲੇ ਪ੍ਰਾਣੀ ਤ੍ਰਿਸ਼ਨਾਲੂ ਦਾ ਉਧਾਰਾ ਨਹੀਂ ਹੋ ਸਕਦਾ? ਮਾਰੇ ਕਹਿੰਦੇ ਹੋ ਸਕਦਾ। ਸਤਿਗੁਰੂ ਜੀ, ਫਿਰ ਤ੍ਰਿਸ਼ਨਾਲੂ ਦਾ ਉਧਾਰਾ ਕਿਵੇਂ ਹੁੰਦਾ? ਸਤਿਗੁਰੂ ਕਹਿੰਦੇ ਕਿ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ। ਤ੍ਰਿਸ਼ਨਾ ਬੁਝਾਉਣੀ ਹੈ ਤੇ ਉਹਦੇ ਵਾਸਤੇ ਪਰਮੇਸ਼ਰ ਦਾ ਨਾਮ ਹੈ। ਅੱਗ ਵਿੱਚ ਲੱਕੜਾਂ ਪਾਓ, ਅੱਗ ਬੁਝੇਗੀ ਨਹੀਂ, ਪਰ ਅੱਗ ਉੱਪਰ ਪਾਣੀ ਪਾਓ, ਅੱਗ ਬੁਝ ਜਾਂਦੀ ਹੈ। ਤ੍ਰਿਸ਼ਨਾਲੂ, ਤ੍ਰਿਸ਼ਨਾ ਜਿਹਦੇ ਹਿਰਦੇ ਵਿੱਚ, ਉਹਨੂੰ ਪਦਾਰਥ ਦਿਓ, ਰੱਜੇਗਾ ਨਹੀਂ। ਉਹਨੂੰ ਸਾਧ ਸੰਗੀ ਨਾਮ ਦੇ ਦਿਓ, ਤੁਰੰਤ ਹੀ ਉਹਨੂੰ ਰੱਜ ਆ ਜਾਂਦਾ ਹੈ। ਤੋ ਮਹਾਰਾਜ ਕਹਿੰਦੇ ਤ੍ਰਿਸ਼ਨਾ ਬੁਝਦੀ ਹੈ ਭਾਈ, ਪਰ ਬੁਝਦੀ ਪ੍ਰਭੂ ਦੇ ਨਾਮ ਨਾਲ ਹੈ। ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭੂ ਪਰਮੇਸ਼ਰ ਦੇ ਸਿਮਰਨ ਦੇ ਨਾਲ ਸਾਰਾ ਕੁਝ ਸੁਝਦਾ, ਸੋਝੀ ਪੈਂਦੀ ਹੈ। ਇਸ ਲੋਕ ਦੀ ਨਹੀਂ ਸਾਧ ਸੰਗਤ ਦੀ, ਪਰਲੋਕ ਦੀ ਵੀ ਸੋਝੀ ਆ ਜਾਂਦੀ ਹੈ। ਜਦੋਂ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀਆਂ ਲੱਤ ਮਾਰ ਦਿੱਤੀ ਸੀ ਸਿੰਘਾਸਣ ਤੇ ਬੈਠਿਆਂ ਨੂੰ ਗੋਇੰਦਵਾਲ ਸਾਹਿਬ। ਆਪਾਂ ਪਿਛਲੇ ਦਿਨ ਇਤਿਹਾਸ ਵਿੱਚ ਕਥਾ ਵਿੱਚ ਸੁਣਿਆ, ਭਾਈ ਦਾਤੂ ਜੀਆਂ ਗੁਰੂ ਅਮਰਦਾਸ ਮਹਾਰਾਜ ਨੂੰ ਲੱਤ ਮਾਰ ਦਿੱਤੀ, ਨਾਲੇ ਆਪ ਸ਼ਬਦ ਬੋਲੇ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਆਖਿਆ ਵੀ ਸਾਰੀ ਵਿਭੂਤੀ ਜਿੰਨੀ ਆ ਇਸੇ ਕਰਕੇ ਦਾਤੂ ਈਰਖਾ ਕਰਦਾ ਤੇ ਅਸੀਂ ਛੱਡ ਹੀ ਦਿੰਦੇ ਹਾਂ। ਗੁਰੂ ਅਮਰਦਾਸ ਜੀ ਮਹਾਰਾਜ ਸਾਰਾ ਕੁਝ ਛੱਡ ਕੇ ਗੋਇੰਦਵਾਲ ਸਾਹਿਬ ਤੋਂ ਸੰਨ ਸਾਹਿਬ ਜਿੱਥੇ ਸਥਾਨ ਹੈ ਬਾਸਰ ਕੇ ਨਗਰ, ਆਪਣੇ ਜੱਦੀ ਪਿੰਡ ਚਲੇ ਗਏ। ਕਮਰਾ ਚਣਵਾ ਦਿੱਤਾ, ਬਾਹਰ ਲਿਖ ਕੇ ਲਾ ਦਿੱਤਾ ਵੀ ਜਿਹੜਾ ਇਹ ਦਰਵਾਜ਼ਾ ਖੋਲ੍ਹੇ ਸਾਡਾ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਔਰ ਅਸੀਂ ਉਹਦੀ ਲੋਕ ਪਰਲੋਕ ਵਿੱਚ ਕੋਈ ਰੱਖਿਆ ਨਹੀਂ ਕਰਾਂਗੇ ਜਿਹੜਾ ਇਹ ਦਰਵਾਜ਼ਾ ਖੋਲ੍ਹੇਗਾ। ਅੰਦਰ ਵੜ ਬੈਠੇ। ਸੰਗਤਾਂ ਲੱਭਦੀਆਂ ਹੁਣ ਗੁਰੂ ਜੀ ਕਿਤੇ ਦਿਸਦੇ ਨਹੀਂ। ਗੋਇੰਦਵਾਲ ਸਾਹਿਬ ਸੰਗਤਾਂ ਦਾ ਬੜਾ ਇਕੱਠ ਹੋ ਗਿਆ, ਪਰ ਗੋਇੰਦਵਾਲ ਵਿੱਚ ਗੁਰੂ ਜੀ ਦੇ ਦਰਸ਼ਨ ਨਾ ਹੋਣ। ਸੰਗਤਾਂ ਬਹੁਤ ਦੁਖੀ ਹੋਈਆਂ, ਬੜੇ ਟੇਵੇ ਲਾਉਣ, ਕੋਈ ਆਖੇ ਜੰਗਲ ਨੂੰ ਚਲੇ ਗਏ ਮਹਾਰਾਜ, ਕੋਈ ਆਖੇ ਸੱਚਖੰਡ ਚਲੇ ਗਏ ਆ, ਕੋਈ ਕਹੇ ਕਿਤੇ ਬਾਹਰਲੇ ਦੇਸ਼ ਚਲੇ ਗਏ ਪਾਸੇ, ਕਿਸੇ ਹੋਰ ਰਿਆਸਤ ਦੇਸ਼ ਵਿੱਚ। ਫਿਰ ਕੋਈ ਸਿਆਣੇ ਸਿੱਖ ਕਹਿੰਦੇ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛੋ, ਉਹ ਬ੍ਰਹਮ ਗਿਆਨੀ ਹਨ, ਉਹ ਜਾਣਦੇ ਆ ਵੀ ਗੁਰੂ ਮਹਾਰਾਜ ਕਿੱਥੇ ਹੋਣਗੇ। ਸਾਰੀ ਸੰਗਤ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਤੇ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਜੀ ਆਪਣੇ ਨਗਰ ਆਏ ਹੋਏ ਸੀ। ਸਾਰੀ ਸੰਗਤ ਕੱਥੂ ਨੰਗਲ ਪਹੁੰਚੀ, ਬਾਬਾ ਬੁੱਢਾ ਸਾਹਿਬ ਜੀ ਨੂੰ ਵੰਦਨਾ ਕੀਤੀ ਤੇ ਪੁੱਛਿਆ ਬਾਬਾ ਜੀਆਂ ਵੀ ਕੀ ਕਾਰਨ ਇੱਥੇ ਆਉਣ ਦਾ। ਸੰਗਤਾਂ ਦੱਸਿਆ ਵੀ ਗੁਰੂ ਅਮਰਦਾਸ ਜੀ ਸਾਨੂੰ ਮਿਲ ਨਹੀਂ ਰਹੇ, ਕਿਤੇ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਰਹੇ। ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਵੀ ਕੀ ਕਾਰਨ, ਗੱਲ ਕੀ ਹੋਈ। ਸੰਗਤਾਂ ਦੱਸਿਆ ਵੀ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਬਾਬਾ ਦਾਤੂ ਜੀ ਆਏ ਸੀ, ਗੁਰੂ ਅੰਗਦ ਪਾਤਸ਼ਾਹ ਦੇ ਸਾਹਿਬਜ਼ਾਦੇ। ਈਰਖਾ ਦੇ ਵਿੱਚ ਸੜਿਆਂ ਬਲਿਆਂ ਮਹਾਰਾਜ ਦੀ ਇੰਨੀ ਪ੍ਰਸਿੱਧੀ ਵੇਖ ਕੇ ਤੇ ਸਤਿਗੁਰਾਂ ਨੂੰ ਲੱਤ ਕੱਢ ਮਾਰੀ। ਤੇ ਮਹਾਰਾਜ ਜੀਆਂ ਨੇ ਜਾਣਿਆ ਵੀ ਇਹ ਗੋਇੰਦਵਾਲ ਚਾਹੁੰਦੇ ਆ,
ਦਾਤੂ ਜੀ ਲੈ ਲੈਣ ਗੁਰਤਾ, ਅਸੀਂ ਜਾਣੇ ਆ। ਤੇ ਰਾਤ ਹੀ ਕਿਤੇ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਛੱਡ ਕੇ ਚਲੇ ਗਏ। ਬਾਬਾ ਬੁੱਢਾ ਸਾਹਿਬ ਜੀ ਸਾਧ ਸੰਗਤ ਜੀ ਬੜੇ ਦਿਵ ਦ੍ਰਿਸ਼ਟੀ ਸਾਧੂ ਸੀ। ਅੱਖਾਂ ਬੰਦ ਕਰਕੇ ਬੈਠ ਗਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ। 24 ਮਿੰਟਾਂ ਦੇ ਵਿੱਚ ਤਿੰਨੇ ਪਤਾਲਾਂ ਵਿੱਚ ਆਪਣੀ ਸੁਰਤੀ ਨੂੰ ਲੈ ਗਏ ਸੀ ਬਾਬਾ ਬੁੱਢਾ ਸਾਹਿਬ ਜੀ। ਪਤਾਲਾਂ ਵਿੱਚ, ਤਿੰਨਾਂ ਲੋਕਾਂ ਵਿੱਚ, ਸੁਰਗ ਮੱਚ ਪਿਆਲ ਸਾਰੇ ਪਾਸੇ ਖੋਜ ਦਿੱਤਾ ਸੀ, ਪਰ ਮਹਾਰਾਜ ਕਿਤੇ ਨਾ ਮਿਲੇ। ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਨੇ ਦ੍ਰਿਸ਼ਟੀ ਮਾਰੀ ਤੇ ਪਤਾ ਲੱਗਿਆ ਵੀ ਗੁਰੂ ਅਮਰਦਾਸ ਜੀ ਮਹਾਰਾਜ ਤਾਂ ਬਾਸਰ ਕੇ ਨਗਰ ਆਪਣੀ ਪਿੰਡ ਵਿੱਚ ਕਮਰਾ ਬੰਦ ਕਰਕੇ ਬੈਠੇ ਹੋਏ। ਸਾਰੀਆਂ ਸੰਗਤਾਂ ਨੂੰ ਲੈ ਕਰਕੇ ਬਾਬਾ ਬੁੱਢਾ ਸਾਹਿਬ ਜੀ ਜਾ ਬਾਸਰ ਕੇ ਨਗਰ ਪਹੁੰਚੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਉਸ ਕਮਰੇ ਨੂੰ ਸੰਨ ਲਾ ਕਰਕੇ ਅੰਦਰ ਵੜੇ, ਮਹਾਰਾਜ ਨੂੰ ਨਮਸਕਾਰ ਕੀਤੀ। ਤੇ ਉੱਥੇ ਅੱਜ ਵੀ ਸਾਧ ਸੰਗਤ ਜੀ ਸੰਨ ਸਾਹਿਬ ਦਾ ਪਾਵਨ ਪਵਿੱਤਰ ਅਸਥਾਨ ਆਪ ਸਾਰੀਆਂ ਸੰਗਤਾਂ ਦਰਸ਼ਨ ਕਰਦੇ ਹੋ। ਇਹੋ ਜਿਹੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੋਏ ਕਿਵੇਂ ਆ ਸਾਧ ਸੰਗਤ ਜੀ? ਪ੍ਰਭ ਕੈ ਸਿਮਰਨ, ਪ੍ਰਭੂ ਦੇ ਸਿਮਰਨ ਦੇ ਸਦਕਾ ਸਭ ਕੁਝ ਸੁੱਝੈ, ਸਾਰਾ ਕੁਝ ਹੀ ਸੋਝੀ ਪੈ ਜਾਂਦੀ। ਇੱਥੋਂ ਇਕੱਲੇ ਸੰਸਾਰ ਦੀ ਨਹੀਂ, ਤਿੰਨਾਂ ਲੋਕਾਂ ਦੀ ਵੀ ਸੋਝੀ ਆਣ ਪੈਂਦੀ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਜਿਨ੍ਹਾਂ ਨੇ ਪ੍ਰਭੂ ਦਾ ਸਿਮਰਨ ਕੀਤਾ ਉਹਨਾਂ ਨੂੰ ਜਮਾਂ ਦਾ ਤਰਾਸਾ ਡਰ ਨੂੰ ਕਹਿੰਦੇ। ਜਮਾਂ ਦਾ ਡਰ ਨਹੀਂ ਹੁੰਦਾ, ਕੋਈ ਭੈ ਨਹੀਂ, ਕਿਉਂਕਿ ਪਤਾ ਵੈ ਵੀ ਅਸੀਂ ਸਿਮਰਨ ਕੀਤਾ ਜਿਸ ਪਰਮੇਸ਼ਰ ਦਾ, ਜਮ ਤਾਂ ਉਸੇ ਦਾ ਪਾਣੀ ਭਰਦੇ ਆ। ਤੋ ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕਰਨ ਵਾਲਿਆਂ ਨੂੰ ਜਮ ਦਾ ਡਰ ਨਹੀਂ ਰਹਿੰਦਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ, ਤੇ ਪ੍ਰਭੂ ਦੇ ਸਿਮਰਨ ਦੇ ਨਾਲ ਸਾਰੀਆਂ ਆਸਾਂ ਮਨਸਾ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਜੋ ਵੀ ਇੱਛੇ ਕਰਦਾ ਹੈ ਜੀਵ, ਉਹ ਫਲ ਪ੍ਰਾਪਤ ਹੁੰਦਾ ਹੈ। ਤੋ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਪ੍ਰਭੂ ਦੇ ਸਿਮਰਨ ਦੇ ਵਿੱਚੋਂ ਹੀ ਸਾਰੀਆਂ ਇੱਛਾਵਾਂ ਆਸਾਂ ਪੂਰਨ ਹੁੰਦੀਆਂ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੇਨਤੀ ਕਰੀਏ, ਮਾਰੇ ਮਨ ਦੀ ਮੈਲ ਕਿਵੇਂ ਕੱਟੀ ਜਾਂਦੀ ਹੈ। ਸੰਸਾਰ ਦੇ ਵਿੱਚ ਸਾਧ ਸੰਗਤ ਜੀ ਜੇ ਨਾਮ ਨਹੀਂ ਨਾ ਜਪਿਆ ਜਾਂਦਾ, ਉਹਦਾ ਕੋਈ ਹੋਰ ਕਾਰਨ ਨਹੀਂ ਜੇ, ਉਹਦਾ ਇੱਕੋ ਹੀ ਕਾਰਨ ਹੈ, ਸਾਡਾ ਮਨ ਬਹੁਤਾ ਮੈਲਾ ਹੈ। ਜਨਮ ਜਨਮ ਕੀ ਇਸ ਤਨ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੋ ਧੋਵਣ ਪਾਹੋ। ਤੋ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਣ ਕਰਕੇ ਨਾਮ ਜਪਣ ਨੂੰ ਦਿਲ ਨਹੀਂ ਕਰਦਾ, ਨਾ ਕਥਾ ਸੁਣਨ ਨੂੰ ਮਨ ਕਰਦਾ, ਨਾ ਕੀਰਤਨ ਸੁਣਨ ਨੂੰ ਕਰਦਾ। ਪਰ ਸਾਧ ਸੰਗਤ ਜੀ ਜੇ ਮਨ ਨਹੀਂ ਕਰਦਾ ਨਾਮ ਜਪਣ ਨੂੰ, ਮੈਲ ਹੈ ਮਨ ਵਿੱਚ, ਤੇ ਹੋਰ ਤਾਂ ਕੋਈ ਰਾਹ ਹੀ ਨਹੀਂ ਜਿਹਦੇ ਨਾਲ ਉਧਾਰਾ ਹੋਵੇਗਾ। ਮਹਾਰਾਜ ਕਹਿੰਦੇ ਮਨ ਦੀ ਮੈਲ ਕੱਟੀ ਜਾਂਦੀ ਹੈ, ਪਰ ਕੱਟੀ ਕਿਵੇਂ ਜਾਂਦੀ ਹੈ? ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪ੍ਰਭੂ ਦੇ ਸਿਮਰਨ ਦੇ ਨਾਲ ਹੀ ਜਿਹੜੇ ਮਨ ਨੂੰ ਮੈਲ ਲੱਗੀ ਹੋਈ ਹੈ, ਉਹ ਸਾਰੀ ਮੈਲ ਜਾਂਦੀ ਹੈ। ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਇਸ ਕਰਕੇ ਨਾਮ ਜਪਣ ਕਰਕੇ ਜਿਹੜਾ ਅੰਮ੍ਰਿਤ ਨਾਮ ਪਰਮੇਸ਼ਰ ਪ੍ਰਭੂ ਦਾ ਰਿਦ ਹਿਰਦੇ ਦੇ ਅੰਦਰ ਸਮਾਏ, ਸਮਾ ਜਾਂਦਾ ਹੈ। ਪਰਮੇਸ਼ਰ ਦਾ ਨਾਮ ਜਪ ਕਰਕੇ ਹਿਰਦੇ ਵਿੱਚ ਜਿਹੜਾ ਸਮਾ ਜਾਂਦਾ ਹੈ। ਰੋਮ ਰੋਮ ਵਿੱਚੋਂ ਸਾਧ ਸੰਗਤ ਜੀ ਨਾਮ ਦੀ ਆਵਾਜ਼ ਆਉਂਦੀ ਹੈ। ਸ਼੍ਰੀ ਮਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਤਿਪੁਰਖ ਸਾਧ ਸੰਗਤ ਇੱਕ ਵਾਰੀ ਸਰੀਰ ਕਰਕੇ ਢਿੱਲੇ ਹੋ ਗਏ ਸੀ, ਤੇ ਉਹ ਡਾਕਟਰ ਅਜੇ ਵੀ ਸ਼ਾਇਦ ਜਿਉਂਦਾ ਹੋਵੇ, ਉਹ ਦੱਸਦਾ ਕਹਿੰਦਾ ਕਿ ਉਹ ਡਾਕਟਰ ਸ਼ਰਾਬ ਬਹੁਤ ਪੀਂਦਾ ਸੀ, ਤੇ ਰੱਬੋਂ ਹੀ ਉਹਦੀ ਡਿਊਟੀ ਲੱਗ ਗਈ ਮਹਾਂਪੁਰਸ਼ਾਂ ਦੇ ਇਲਾਜ ਕਰਨ ਨੂੰ। ਕਹਿੰਦਾ ਪ੍ਰਤਾਪ ਬੜਾ ਸੀ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਸ਼ਾਂ ਦਾ। ਆਂਦਾ ਮੈਂ ਡਰਦੇ ਨੇ ਕੋਈ 15-20 ਦਿਨ ਗਿਆਨੀ ਜੀ ਇੱਥੇ ਹੌਸਪੀਟਲ ਰਹੇ, ਤੇ ਮੈਂ ਸ਼ਰਾਬ ਨਾ ਪੀਤੀ, ਡਰਦੇ ਨੇ। ਆਂਦੇ ਉਹ ਦੱਸਦਾ ਕਹਿੰਦੇ ਜਦੋਂ ਉਹਨਾਂ ਦਾ ਮੈਂ ਸਰੀਰ ਚੈੱਕ ਕਰਦਾ ਸੀ ਨਾ, ਉਹ ਕੰਨਾਂ ਨੂੰ ਬਲਗਮ ਵੇਖਣ ਵਾਸਤੇ ਜਿਹੜਾ ਲਾਉਂਦੇ ਛਾਤੀ ਤੇ,
ਉਹ ਕਹਿੰਦੇ ਉਹ ਪੈਮਾਨਾ ਜਦੋਂ ਬਲਗਮ ਚੈੱਕ ਕਰਨ ਵਾਲਾ ਮੈਂ ਲਾਉਂਦਾ ਸੀ ਤੇ ਉਹਨਾਂ ਦੇ ਸਰੀਰ ਵਿੱਚੋਂ ਵਾਹਿਗੁਰੂ 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 ਦੀ ਆਵਾਜ਼ ਆਉਂਦੀ ਸੀ। ਇਹ ਡਾਕਟਰ ਆਪਦੀ ਜ਼ੁਬਾਨੀ ਦੱਸਦਾ। ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਸੰਤ ਜਵਾਲਾ ਜੀ ਹੋਏ ਆ ਹਰਖੋਵਾਲ ਸੰਪਰਦਾ ਦੇ ਵਿੱਚ, ਤੇ ਉਹ ਕਿਸੇ ਗੁਰਮੁਖ ਨੇ ਸਵਾਲ ਕੀਤਾ, ਕਹਿੰਦੇ ਮਹਾਂਪੁਰਸ਼ ਕਿੰਨੀ ਵਾਰੀ ਸਿਮਰਨ ਕਰ ਸਕਦੇ ਹੋ ਤੁਸੀਂ, ਕਿੰਨੇ ਜਪਜੀ ਸਾਹਿਬ ਕਰ ਸਕਦੇ ਹੋ? ਉਹ ਕਹਿੰਦੇ ਨਹੀਂ ਇਹ ਦੱਸਣ ਵਾਲੀ ਗੱਲ ਥੋੜੂ ਹੈ। ਉਹ ਹਿੰਡ ਪੈ ਗਿਆ, ਹੱਠ ਕਰੇ ਨਹੀਂ ਦੱਸੋ ਦੱਸੋ। ਮੈਂ ਸੁਣਿਆ ਵੀ ਸਾਧੂ ਕਿਸੇ ਦੀ ਬੇਨਤੀ ਮੋੜਦੇ ਨਹੀਂ, ਫਿਰ ਮੇਰੀ ਇਹੀ ਬੇਨਤੀ ਮੈਂ ਜਾਣਨਾ ਚਾਹਣਾ ਵੀ ਕਿੰਨੇ ਵਾਰੇ। ਤੇ ਉਹ ਫਿਰ ਸੰਤ ਜਵਾਲਾ ਜੀ ਕਹਿੰਦੇ ਕਿ ਅਸੀਂ 7 ਕਰੋੜ ਵਾਰੀ ਇੱਕੋ ਵਾਰੀ ਵਾਹਿਗੁਰੂ ਕਹਿ ਦਿੰਦੇ ਹਾਂ। ਉਹ ਹੱਸੇ। ਤੇ ਉਹ ਬਾਬਾ ਜਵਾਲਾ ਸਿੰਘ ਦੀਆਂ ਖਾਲਸਾ ਜੀ ਉਹਨੂੰ ਸਾਰੇ ਜਦੋਂ ਆਪਣੇ ਬਾਂਹ ਤੋਂ ਚੋਲਾ ਉੱਪਰ ਕੀਤਾ, ਸਾਰੇ ਰੋਮ ਜੇਬਾ ਬਣੇ ਵਿਖਾਏ। 7 ਕਰੋੜ ਸਰੀਰ ਦੇ ਰੋਮ ਹੈ, ਗੁਰਮੁਖ ਰੋਮ ਰੋਮ ਹਰ ਧਿਆਵੈ। ਤੇ ਜਦੋਂ ਕੰਨ ਲਾ ਕੇ ਸੁਣਦਾ, ਹਰੇਕ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ 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 ਦੀ ਆਵਾਜ਼ ਆਉਂਦੀ ਹੈ। ਇਹ ਉਹ ਹਨ ਸਾਧ ਸੰਗਤ ਜੀ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ 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 ਜਪ। ਜਿਵੇਂ ਕੋਈ ਆ ਸ਼ਰਾਬ ਪੀਂਦਾ ਨਾ, ਉਹਦੇ ਪਸੀਨੇ ਵਿੱਚੋਂ ਵੀ ਲਾਹਣ ਦੀ ਮੁਸ਼ਕ ਆਈ ਜਾਂਦੀ ਹੈ ਜਿੱਥੇ ਬੈਠਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਨਾਮ ਰਸੀਆ ਉਹਦੇ ਵਿੱਚੋਂ ਸਾਧ ਸੰਗਤ ਜੀ ਉਹਦੇ ਪਸੀਨੇ ਵਿੱਚੋਂ ਵੀ ਖੁਸ਼ਬੂ ਆਉਂਦੀ ਨਾਮ ਦੀ। ਜਦੋਂ ਸ਼੍ਰੀ ਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਸੰਸਕਾਰ ਹੋਇਆ ਪਿੰਡਰਾਂ ਨਗਰ ਵਿੱਚ, ਅਸੀਂ ਉਦੋਂ ਉੱਥੇ ਸੀ। ਜਦੋਂ ਉਹਨਾਂ ਦੀ ਸਾਧ ਸੰਗਤ ਜੀ ਦੇਹੀ ਸੰਸਕਾਰੀ ਗਈ ਤੇ ਸਾਰੇ ਉੱਥੇ ਪਿੰਡਰਾਂ ਦੇ ਵਿੱਚ ਉਹ ਡੇਰੇ ਵਿੱਚ ਇੰਨੀ ਮਹਿਕ ਖਿਲਰ ਰਹੀ ਸੀ। ਉਹ ਸਾਰੇ ਜਾਣਦੇ, ਅਜੇ ਪਿੱਛੇ ਥੋੜ੍ਹੇ ਦਿਨਾਂ ਦੀ ਗੱਲ ਹੈ, 4-5 ਮਹੀਨੇ ਪਹਿਲਾਂ ਇੰਨੀ ਮਹਿਕ ਖਿਲਰੀ ਸੀ। ਉਹ ਸਾਰੇ ਪਿੰਡਰਾਂ ਡੇਰੇ ਵਿੱਚ ਦਿਲ ਕਰਦਾ ਸੀ ਖਾਲਸਾ ਜੀ ਨਾਸਕਾ ਨਾਲੋਂ ਸੁਗੰਧੀ ਲਈ ਜਾਈਏ, ਵੱਖਰੀ ਜਿਹੜੀ ਖੁਸ਼ਬੂ ਕਦੇ ਸੁੰਘੀ ਨਾ ਹੋਵੇ, ਇਹੋ ਜਿਹੀ ਮਹਿਕ ਆ ਰਹੀ ਸੀ। ਉਹਨਾਂ ਦੇ 5 ਭੌਤਿਕ ਸਰੀਰ ਨੂੰ ਸੰਸਕਾਰ ਕਰਨ ਲੱਗਿਆ ਤੋ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਨਾਮ ਜਪ ਜਪ ਕੇ ਅੰਮ੍ਰਿਤ ਸਦਰਸ ਜਿਹੜਾ ਨਾਮ ਪਰਮੇਸ਼ਰ ਦਾ ਹੈ ਉਹ ਹਿਰਦੇ ਦੇ ਵਿੱਚ ਸਮਾ ਜਾਂਦਾ ਹੈ, ਵਸ ਜਾਂਦਾ ਹੈ। ਪ੍ਰਭ ਜੀ ਬਸਹਿ ਸਾਧ ਕੀ ਰਸਨਾ। ਫਿਰ ਮਹਾਰਾਜ ਕਹਿੰਦੇ ਜਿਹੜੇ ਪ੍ਰਭੂ ਪਰਮੇਸ਼ਰ ਜੀ ਉਹਦਾ ਵਾਸਾ ਕਿੱਥੇ ਹੈ? ਸਾਧ ਕੀ ਰਸਨਾ, ਸਾਧੂ ਦੀ ਰਸਨਾ ਦੇ ਸਾਧ ਸੰਗਤ ਜੀ ਪਰਮੇਸ਼ਰ ਸਦਾ ਵਸਦਾ ਹੈ। ਸਦਾ ਵਾਸਤੇ ਮਹਾਰਾਜ ਦਾ ਵਾਸਾ ਪਰਮੇਸ਼ਰ ਦਾ ਪੂਰਨ ਸਾਧੂਆਂ ਦੀ ਰਸਨਾ ਉੱਪਰ ਸਥਾਨ ਹੈ। ਨਾਨਕ ਜਨ ਕਾ ਦਾਸਨ ਦਸਨਾ। ਤੇ ਮਹਾਰਾਜ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਕਹਿੰਦੇ ਆ ਕਿ ਅਸੀਂ ਇਹੋ ਜਿਹੇ ਪਰਮੇਸ਼ਰ ਦੇ ਜਾਂ ਇਹੋ ਜਿਹੇ ਸਾਧੂ ਦੇ ਜਿਹੜੇ ਦਾਸ ਹੈ ਉਹਨਾਂ ਦਾਸਾਂ ਦੇ ਵੀ ਅੱਗੇ ਦਾਸ ਬਣਨਾ ਲੋਚਦੇ ਹਾਂ। ਅਸੀਂ ਤਾਂ ਸਾਧੂ ਦੇ ਜਾਂ ਪਰਮੇਸ਼ਰ ਦੇ ਦਾਸਾਂ ਦੇ ਵੀ ਦਾਸ ਹਾਂ ਜਿਨ੍ਹਾਂ ਨੂੰ ਸਾਸ ਗਰਾਸ ਪਰਮੇਸ਼ਰ ਨਹੀਂ ਵਿਸਰਿਆ। ਉਹਨਾਂ ਸਾਧੂਆਂ ਦੇ ਸੇਵਕਾਂ ਦੇ ਵੀ ਸੇਵਕ ਹਾਂ। ਇਹ ਅਸੀਂ ਲੋਚਦੇ ਹਾਂ ਮਹਾਰਾਜ ਸਾਨੂੰ ਇਉਂ ਬਣਾ ਦੇਣ ਪਰਮੇਸ਼ਰ ਜੀ। ਜਾਂ ਪਰਮੇਸ਼ਰ ਦਾ ਨਾਮ ਜਪਣ ਵਾਲਿਆਂ ਦੇ ਅਸੀਂ ਦਾਸਾਂ ਦੇ ਦਾਸ ਹਾਂ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਸ਼੍ਰੀ ਸੁਖਮਣੀ ਸਾਹਿਬ ਦੇ ਜਾਪ ਦਾ ਫਲ ਵੀ ਦੱਸ ਰਹੇ ਹੈ, ਪਰਮੇਸ਼ਰ ਦੇ ਸਿਮਰਨ ਦੀ ਪ੍ਰਾਪਤੀ ਦੱਸ ਰਹੇ ਹੈ। ਹੋਈਆਂ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਾਲਣਾ ਥਾਏ ਪਉਣ ਬੁੱਧੀ ਤੁਛ ਹੈ ਬਖਸ਼ ਲੈਣ। ਹੋਈਆਂ ਭੁੱਲਾਂ ਦੀ ਖਿਮਾ ਹੈ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਪ੍ਰਭ ਜੀ ਬਸਹਿ ਸਾਧ ਕੀ ਰਸਨਾ। ਨਾਨਕ ਜਨ ਕਾ ਦਾਸਨ ਦਸਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੇਖਹਿ ਕਤਹਿ ਨਾ ਛੂਟੀਐ ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ
ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।